ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। All the best wishes to my all viewer around the globe। ਅੱਜ ਮੈਂ ਇਹ ਵੀਡੀਓ ਪੰਜਾਬੀ ਵਿੱਚ ਬੋਲ ਕੇ ਆਪਣੇ ਸਾਰੇ ਪੰਜਾਬੀ ਵੀਰਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਣੇ ਸਰੀਰ ਦੇ ਅੰਦਰ ਹੀ ਪਰਮਾਤਮਾ ਦਾ ਨਿਵਾਸ ਹੈਗਾ। ਵੈਸੇ ਗੁਰਬਾਣੀ ਵਿੱਚ ਇਸ ਗੱਲ ਦੀ ਪੁਸ਼ਟੀ ਬਹੁਤ ਵਾਰੀ ਗੁਰੂ ਸਾਹਿਬਾਨ ਨੇ ਕੀਤੀ ਹੋਈ ਹੈ, ਫਿਰ ਵੀ ਇਸ ਨੂੰ ਪ੍ਰੈਕਟੀਕਲੀ ਸਮਝਣਾ ਬਹੁਤ ਜ਼ਰੂਰੀ ਹੈ। ਤੇ ਕਿਸ ਤਰ੍ਹਾਂ ਦਾ ਸ਼ਾਰਟਕਟ ਰਸਤਾ ਗੁਰੂ ਸਾਹਿਬਾਨ ਨੇ ਦੱਸਿਆ ਹੈ ਤੇ ਸਿੱਖਾਂ ਨੂੰ ਉਹਦੇ ਉੱਤੇ ਚੱਲ ਕੇ ਆਪਣੇ ਅੰਦਰ ਹੀ ਖੋਜ ਕਰਕੇ ਆਪਣਾ ਜਨਮ ਸਫਲਾ ਕਰਨਾ ਹੈਗਾ। ਇਸ ਬਾਰੇ ਦੇ ਉੱਤੇ ਮੈਂ ਆਪਣੇ ਵਿਚਾਰ ਰੱਖਾਂਗਾ। ਉਤਪਤ ਪਰਲੋ ਸ਼ਬਦੇ ਹੋਈ, ਫਿਰ ਉਤਪਤ ਸ਼ਬਦੇ ਹੋਈ। ਆਦ ਅਨੀਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ। ਅਨਾਹਦ ਸ਼ਬਦ ਜਿਹੜਾ ਹੈ, ਸੱਚਾ ਸ਼ਬਦ ਜਿਹੜਾ ਹੈ, ਉਹੀ ਉਤਪਤ ਕਰਦਾ ਹੈ। ਹਰ ਚੀਜ਼ ਦੀ ਉਤਪਤੀ ਉਸ ਸ਼ਬਦ ਤੋਂ, ਸਾਊਂਡ ਤੋਂ ਹੈ। ਉਹ ਪਰਲੋ ਵੀ ਉਹੀ ਕਰਦਾ ਹੈ, ਫਿਰ ਉਤਪਤ ਕਰ ਦਿੰਦਾ ਹੈ। ਇਸ ਪ੍ਰਕਾਰ ਸਾਈਕਲਿਕ ਆਰਡਰ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਉਹ ਸ਼ਬਦ ਅਨਾਹਦ ਸ਼ਬਦ ਹੈਗਾ, ਜਿਹਦੇ ਬਾਰੇ ਵਿੱਚ ਜਪਜੀ ਸਾਹਿਬ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ, ਜੁਗਾ ਜੁਗਾ ਤੋਂ ਇੱਕੋ ਵੇਸ਼ ਵਿੱਚ। ਉਹਦੀ ਫਾਰਮ ਨਹੀਂ ਬਦਲਦੀ, ਉਹਦੀ ਸੂਰਤ ਨਹੀਂ ਬਦਲਦੀ, ਕਿਸੇ ਚੀਜ਼ ਦਾ ਕਿਸੇ ਤਰੀਕੇ ਨਾਲ ਉਹਦਾ ਬਦਲਾਅ ਨਹੀਂ ਹੁੰਦਾ। ਪਰਮਾਤਮਾ ਦੇ ਬਾਰੇ ਵਿੱਚ ਇਹ ਵੀ ਲਿਖਿਆ ਹੈ ਕਿ ਨਾ ਉਹਦਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਭੇਸ਼ ਹੈ। ਫਿਰ ਵੀ ਉਹ ਸਾਡੇ ਅੰਦਰ ਵਸਦਾ ਹੈ ਔਰ ਸਾਡੇ ਅੰਦਰ ਐਸਾ ਨਿਯਮ ਕੁਦਰਤ ਨੇ ਬਣਾਇਆ ਹੈ ਕਿ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪਵਨ ਗੁਰੂ ਪਾਣੀ ਪਿਤਾ, ਅਰਥਾਤ ਪਵਨ ਨੂੰ ਜਿਹੜਾ ਹੈ ਉਹ ਗੁਰੂ ਦੱਸਿਆ ਹੈਗਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਜਪਜੀ ਸਾਹਿਬ ਵਿੱਚ ਇਹ ਸ਼ਲੋਕ ਜਿਹੜਾ ਲਾਸਟ ਵਿੱਚ ਲਿਖਿਆ ਹੋਇਆ ਉਹਦੇ ਵਿੱਚ ਇਹ ਗੱਲ ਦਰਜ ਹੈਗੀ। ਉਤਪਤ ਪਰਲੋ ਸ਼ਬਦੇ ਹੋਈ। ਸਭ ਜਿਹੜਾ ਹੈ ਸ਼ਬਦ ਦੇ ਨਾਲ ਚੱਲਦਾ ਹੈਗਾ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਜਿਹੜਾ ਹੈ ਉਹ ਗੁਰੂ ਹੈ।
ਪਵਨ ਵੀ ਗੁਰੂ ਹੈ। ਮਹਾਰਾਜ ਆਪ ਲਿਖ ਰਹੇ ਨੇ ਕਿ ਪਵਨ ਵੀ ਗੁਰੂ ਹੈ ਔਰ ਸ਼ਬਦ ਵੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਗੁਰੂ ਹੈ ਔਰ 10 ਜਿਹੜੇ ਦੇਹਧਾਰੀ ਆਪਣੇ ਗੁਰੂ ਹੋਏ ਨੇ ਔਰ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ, ਉਹ ਵੀ ਗੁਰੂ ਹੈਗੇ ਨੇ। ਲੇਕਿਨ ਜਦ ਆਪਾਂ ਮੈਡੀਟੇਸ਼ਨ ਵਾਸਤੇ ਬੈਠਦੇ ਹਾਂ ਤਾਂ ਆਪਾਂ ਨੂੰ ਸਾਰੀ ਗੱਲਾਂ ਸਮਝਣੀ ਚਾਹੀਦੀਆਂ ਨੇ ਕੈਟੇਗੋਰੀਕਲੀ, ਕਿ ਕਿੱਥੇ ਕੀ ਚੀਜ਼ ਚੱਲ ਰਹੀ ਹੈ ਔਰ ਕਿੱਥੇ ਕਿਸ ਤਰ੍ਹਾਂ ਸਮਝਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਵੀ ਲਿਖਿਆ ਹੋਇਆ ਕਿ ਬਾਣੀ ਜਿਹੜੀ ਹੈ ਉਹ ਗੁਰੂ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਿਕ ਹੀ ਇਹ ਸਭ ਗੱਲਾਂ ਲਿਖੀਆਂ ਹੋਈਆਂ ਨੇ, ਲੇਕਿਨ ਇਸ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਣਾ ਹੀ ਜ਼ਰੂਰੀ ਹੈ, ਤਾਂ ਹੀ ਆਪਾਂ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਪਰਮਾਤਮਾ ਅਲੱਗ ਹੈ, ਗੁਰੂ ਅਲੱਗ ਹੈ, ਇਨਸਾਨ ਅਲੱਗ ਹੈ। ਇਨਸਾਨ, ਗੁਰੂ ਔਰ ਪਰਮਾਤਮਾ, ਇਹ 3 ਚੀਜ਼ਾਂ ਵੱਖਰੀਆਂ ਵੱਖਰੀਆਂ ਹੈਗੀਆਂ ਨੇ। ਇਹਦੇ ਵਿੱਚ ਸਿੱਖ ਦੀ ਇੱਛਾ ਰਹਿੰਦੀ ਹੈ ਜਾਂ ਮਨੁੱਖ ਦੀ ਜਾਂ ਜਨ ਦੀ, ਹਰੀਜਨ, ਉਹਦੀ ਇੱਛਾ ਰਹਿੰਦੀ ਹੈ ਕਿ ਉਹ ਆਪਣੇ ਪਿਤਾ ਨੂੰ ਜਾਂ ਹਰੀ ਨੂੰ ਮਿਲੇ। ਇਸ ਮਿਲਾਪ ਨੂੰ ਕਰਾਉਣ ਵਾਲੀ ਜਿਹੜੀ ਪਰਸਨੈਲਿਟੀ ਹੈ ਉਹ ਗੁਰੂ ਹੈਗੇ। ਹੁਣ ਆਪਾਂ ਸਾਰੀ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹੀ ਵਿਚਾਰ ਤੁਹਾਡੇ ਸਾਹਮਣੇ ਰੱਖਣੇ ਨੇ। ਸਾਡੇ ਸਰੀਰ ਦੇ ਅੰਦਰ ਸਾਰੀ ਚੀਜ਼ਾਂ ਬਣੀਆਂ ਹੋਈਆਂ ਨੇ, ਉਹ ਮਨੁੱਖ ਦੇਹੀ ਦੇ ਅੰਦਰ ਹੀ ਹੈਗੀਆਂ ਨੇ। ਉਸ ਨੂੰ ਸਮਝ ਕੇ ਜੇ ਆਪਾਂ ਅੱਗੇ ਕਦਮ ਰੱਖਾਂਗੇ ਤਾਂ ਸਫਲਤਾ ਨਿਸ਼ਚਿਤ ਹੈ ਔਰ ਮਿਲਾਪ ਵੀ ਨਿਸ਼ਚਿਤ ਹੈ। ਸ਼ਬਦ ਦੇ ਰੂਪ ਵਿੱਚ ਜਿਹੜਾ ਹੈ ਵਸ ਰਿਹਾ ਹੈ। ਸ਼ਬਦ ਦਾ ਮਤਲਬ ਹੈ ਵਾਈਬ੍ਰੇਸ਼ਨ। ਅੱਜ ਕੱਲ੍ਹ ਦੀ ਮਾਡਰਨ ਫਿਜ਼ਿਕਸ ਜਿਹੜੀ ਹੈ ਉਹ ਦੱਸਦੀ ਹੈ ਕਿ ਸ਼ਬਦ ਦਾ ਮਤਲਬ ਵਾਈਬ੍ਰੇਸ਼ਨ ਹੈਗਾ। ਵਾਈਬ੍ਰੇਸ਼ਨ ਜਿਹੜੀ ਇੱਕ ਬੇਸਿਕ ਚੀਜ਼ ਹੈਗੀ ਜਿਸ ਦੇ ਚਲਦੇ ਧਵਨੀ ਤਰੰਗਾਂ ਬਣਦੀਆਂ ਹੈਗੀਆਂ ਨੇ, ਸਾਊਂਡ ਵੇਵਸ। ਸਜਾਤੀय ਚੀਜ਼ਾਂ, ਸਿਮਿਲਰ ਥਿੰਗ ਵਿਲ ਮੈਚ ਵਿਦ ਸਿਮਿਲਰ ਥਿੰਗ। ਇੱਕੋ ਜਿਹੀ ਚੀਜ਼ਾਂ ਜਿਹੜੀਆਂ ਨੇ ਉਹ ਇੱਕੋ ਜਿਹੀ ਚੀਜ਼ਾਂ ਨਾਲ ਮੈਚ ਹੁੰਦੀਆਂ ਨੇ। ਪਾਣੀ ਪਾਣੀ ਵਿੱਚ ਮਿਲ ਜਾਏਗਾ, ਪਾਣੀ ਵਿੱਚ ਤੇਲ ਨਹੀਂ ਮਿਲੇਗਾ। ਮਨੁੱਖ ਜਾਤੀ ਨਾਲ ਮਿਲਦੀ ਹੈ, ਸ਼ੇਰ ਸ਼ੇਰਾਂ ਨਾਲ ਮਿਲਦੇ ਨੇ। ਇਸ ਪ੍ਰਕਾਰ ਜਿਤਨੀ ਵੀ ਜੂਨਾਂ ਨੇ ਉਹ ਆਪਣੇ ਹਿਸਾਬ ਨਾਲ ਮਿਲਦੀਆਂ ਰਹਿੰਦੀਆਂ ਨੇ। ਕੋਈ ਵੀ ਮੈਟਲ ਉਹ ਤੇਲ ਵਿੱਚ ਨਹੀਂ ਮਿਲੇਗਾ, ਮਿਕਸਅਪ ਨਹੀਂ ਹੋਏਗਾ। ਮਤਲਬ ਕਹਿਣ ਦਾ ਸਜਾਤੀਏ ਇੱਕੋ ਜਿਹੇ ਕਰੈਕਟਰ ਦੀ ਜਿਹੜੀ ਚੀਜ਼ਾਂ ਨੇ ਉਹ ਆਪਸ ਵਿੱਚ ਮਰਜ ਹੋ ਜਾਣਗੀਆਂ ਨੇ। ਹੁਣ ਇੱਕ ਪਾਸੇ ਮੈਂ ਦੱਸਿਆ ਕਿ ਪਵਨ ਵੀ ਗੁਰੂ ਹੈ। ਹੁਣ ਆਪਾਂ ਇਹ ਸਮਝਣਾ ਹੈ ਕਿ ਸਾਡੇ ਅੰਦਰ ਪਵਨ ਕਿਸ ਤਰ੍ਹਾਂ ਚੱਲ ਰਹੀ ਹੈ। ਪਵਨ ਨੱਕ ਤੋਂ ਅੰਦਰ ਜਾਂਦੀ ਹੈ ਤੇ ਅੰਦਰ ਜਾ ਕੇ ਜਿਹੜਾ ਨਾਭੀ ਹੈ ਉਸ ਨੂੰ ਉੱਤੇ ਚੱਕ ਦਿੰਦੀ ਹੈ। ਫਿਰ ਨਾਭੀ ਹੇਠਾਂ ਆ ਜਾਂਦੀ ਹੈ, ਪਵਨ ਬਾਹਰ ਚਲੀ ਜਾਂਦੀ ਹੈ।
ਔਰ ਜਿਤਨਾ ਬਲੱਡ ਵਿੱਚ ਕਾਰਬਨ ਰਹਿੰਦਾ ਹੈ ਉਹ ਛੱਡ ਦਿੰਦਾ ਹੈ ਬਲੱਡ, ਔਰ ਆਕਸੀਜਨ ਨਾਲ ਮਿਲ ਕੇ ਕਾਰਬਨ ਡਾਈਆਕਸਾਈਡ ਬਣਾ ਦਿੰਦਾ, ਜਿਹੜਾ ਕਿ ਬਾਹਰ ਆ ਜਾਂਦਾ ਹੈ ਕਾਰਬਨ। ਕਾਰਬਨ ਇੱਕ ਕਿਸਮ ਦਾ ਕਚੜਾ ਹੈ ਸਰੀਰ ਦਾ, ਜਿਹੜਾ ਹਰ ਸਾਹ ਵਿੱਚ ਨਿਕਲਦਾ ਐਜ਼ ਏ ਕਾਰਬਨ ਡਾਈਆਕਸਾਈਡ। ਉਹ ਅੰਦਰ ਜਿਹੜੀ ਹੈ ਹਵਾ ਜਾ ਰਹੀ ਹੈ, ਹਵਾ ਵਿੱਚ ਆਕਸੀਜਨ ਹੈ। ਆਕਸੀਜਨ ਜਿਹੜੀ ਹੈ ਉਹ ਸੋਕ ਲੈਂਦਾ ਹੈਗਾ ਸਾਡਾ ਸਰੀਰ, ਉਹ ਕਾਰਬਨ ਡਾਈਆਕਸਾਈਡ ਡਿਸਚਾਰਜ ਕਰ ਦਿੰਦਾ। ਹੁਣ ਕਾਰਬਨ ਡਾਈਆਕਸਾਈਡ ਜੁੜਨ ਨਾਲ ਪਹਿਲੇ ਜਿਹੜੀ ਇੱਕ ਚੀਜ਼ ਸੀ ਹੁਣ ਉਹ ਡਬਲ ਹੋ ਗਈ ਹੈ, ਕਾਰਬਨ ਵੀ ਹੈ ਆਕਸੀਜਨ ਵੀ ਹੈ, ਅਤੇ ਉਹਦਾ ਡਬਲਿੰਗ ਹੋਣਾ ਮਤਲਬ ਜੇ ਆਪਾਂ ਸਾਹ ਲੈ ਰਹੇ ਹਾਂ ਉਹ 1 ਯੂਨਿਟ ਲੈ ਰਹੇ ਹਾਂ ਅਤੇ ਹਵਾ ਜਿਹੜੀ ਉਹ 2 ਯੂਨਿਟ ਬਾਹਰ ਆਏਗੀ, ਡਬਲ ਹੋ ਜਾਏਗੀ, ਕਿਉਂਕਿ ਕਾਰਬਨ ਜੁੜ ਗਿਆ। ਹੁਣ ਪਵਨ ਜਿਹੜੀ ਹੈ ਨਾਭੀ ਤੱਕ ਜਾਂਦੀ ਹੈ, ਨਾਭੀ ਜਿਹੜੀ ਅੱਗੇ ਪਿੱਛੇ ਉੱਤੇ ਤੱਲਾ ਹੁੰਦੀ ਰਹਿੰਦੀ ਹੈ। ਹੁਣ ਜਿਹੜੇ ਮੈਂ ਸ਼ਬਦ ਬੋਲ ਰਿਹਾ ਤੁਸੀਂ ਸੁਣ ਰਹੇ ਹੋ, ਉਹ ਜਿਹੜੀ ਮੇਰੇ ਅੰਦਰ ਹਵਾ ਗਈ ਹੈ ਉਹ ਜਦ ਬਾਹਰ ਨਿਕਲ ਰਹੀ ਹੈ ਉਹਦੇ ਕੰਪਨ ਪੈਦਾ ਹੋ ਰਹੇ ਨੇ, ਵਾਈਬ੍ਰੇਸ਼ਨ ਪੈਦਾ ਹੋ ਰਹੀਆਂ ਨੇ, ਉਸ ਦੇ ਚਲਦੇ ਤੁਸੀਂ ਜਿਹੜਾ ਸੁਣ ਰਹੇ ਹੋ, ਸਮਝ ਰਹੇ ਹੋ। ਫਿਰ ਤੁਹਾਡੇ ਅੰਦਰ ਉਹ ਜਿਹੜੀ ਹੈ ਬੈਠ ਜਾਏਗਾ ਗਿਆਨ, ਔਰ ਇਹ ਸਾਰਾ ਖੇਲ ਨਾਭੀ ਤੋਂ ਚੱਲ ਰਿਹਾ ਪਵਨ ਦਾ। ਹੁਣ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਦੱਸਦੇ ਨੇ, ਚਾਰੇ ਖਾਣੀ ਚਾਰੇ ਬਾਣੀ, ਬਾਣੀ ਦੇ 4 ਰੂਪ ਹੈਗੇ ਨੇ। 4 ਕਿਹੜੇ ਕਿਹੜੇ ਨੇ? ਇਹ ਮੈਂ ਜਿਹੜਾ ਮੂੰਹ ਤੋਂ ਮੇਰੀ ਨਿਕਲੀ ਇਸ ਨੂੰ ਵੇਖਰੀ ਆਖਦੇ ਨੇ। ਇਸ ਦੇ ਥੱਲੇ ਵੋਕਲ ਕਾਰਡ ਹੈਗੀ, ਉੱਥੇ ਮੱਧਮਾ ਰਹਿੰਦੀ ਹੈ, ਹਿਰਦੇ ਵਿੱਚ ਪਾਸ਼ਯੰਤੀ ਰਹਿੰਦੀ ਹੈ, ਅਤੇ ਪਰਾਬਾਣੀ ਰਹਿੰਦੀ ਹੈਗੀ ਨਾਭੀ ਵਿੱਚ। ਪਰਾਬਾਣੀ ਮਤਲਬ ਬਾਣੀ ਦਾ ਜਿਹੜਾ ਓਰੀਜਨ ਹੈ ਉਹ ਨਾਭੀ ਹੈਗਾ। ਹੁਣ ਰਾਵਣ ਦੀ ਸਾਰੀ ਸ਼ਕਤੀ ਜਿਹੜੀ ਉਹਦੇ ਭਰਾ ਨੇ ਦੱਸੀ ਕਿ ਨਾਭੀ ਕੋਲ ਹੈ, ਨਾਭੀ ਦੇ ਥੋੜ੍ਹਾ ਹੇਠਾਂ। ਉਸਨੇ ਪੂਰੇ ਬ੍ਰਹਮ ਨੂੰ ਕੰਟਰੋਲ ਕਰ ਲਿਆ ਸੀ, ਗਿਆਨੀ ਬੜਾ ਸੀਗਾ। ਨਾਭੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈਗਾ। ਉਹ ਗੁਰੂ ਸਾਹਿਬ ਵੀ ਦੱਸਦੇ ਨੇ ਸੁਖਮਨੀ ਸਾਹਿਬ ਵਿੱਚ ਕਿ ਨਾਭ ਕਮਲ ਵਿਗਸੇ। ਨਾਭੀ ਦਾ ਕਮਲ ਜਿਸ ਤਰ੍ਹਾਂ ਹੀ ਖਿਲ ਉੱਠੇਗਾ, ਨਾਭੀ ਵਿਕਸਿਤ ਹੋ ਜਾਏਗੀ, ਤੁਹਾਡੀ ਪੂਰੀ ਸਪਿਰਿਚੁਅਲ ਜਿਹੜੀ ਸ਼ਕਤੀ ਹੈ ਉਹ ਤੁਹਾਨੂੰ ਪ੍ਰਾਪਤ ਹੋ ਜਾਏਗੀ। ਇਹ ਇੱਕ ਵਿਚਾਰ ਹੈ ਕਿ ਪਵਨ ਜਿਹੜੀ ਉੱਥੇ ਤੱਕ ਚੱਲ ਰਹੀ ਹੈ, ਉਹ ਬਾਣੀ ਦਾ ਜਿਹੜਾ ਰੂਪ ਹੈਗਾ, ਬਾਣੀ ਪਵਨ ਅਲੱਗ ਹੈ, ਬਾਣੀ ਅਲੱਗ ਹੈ, ਲੇਕਿਨ ਜਦ ਆਪਾਂ ਸਿਮਰਨ ਕਰਦੇ ਹਾਂ ਜਾਂ ਬਾਣੀ ਪੜ੍ਹਦੇ ਹਾਂ ਅਤੇ ਉਹ ਹੇਠਾਂ ਨਾਭੀ ਤੱਕ ਜਾਏਗੀ, ਪਰਾ ਵਿੱਚ ਕਨਵਰਟ ਹੋ ਜਾਏਗੀ। ਪਰਾ ਪਾਰ ਬ੍ਰਹਮ ਪਰਮੇਸ਼ਵਰ, ਪਰਾ ਜਿਹੜਾ ਹੈਗਾ ਉਹ ਸਭ ਤੋਂ ਸੁਪੀਰੀਅਰ ਪਰਮਾਤਮਾ ਕਹਿਲਾਉਂਦਾ। ਮਤਲਬ ਪਰਮਾਤਮਾ ਨੂੰ ਸਭ ਤੋਂ ਜ਼ਿਆਦਾ ਵੜਾ ਚੜਾ ਕੇ ਦੱਸਿਆ ਜਾਵੇ ਤੇ ਪਰਾ, ਪਰਮ, ਪਰਮੇਸ਼ਵਰਾ। ਪਰਾ ਜਿਹੜਾ ਹੈ ਐਕਚੁਅਲੀ ਵਿੱਚ ਉਹ ਫਾਈਨਨੈਸ ਹੈ, ਇਤਨਾ ਫਾਈਨ ਹੈ ਕਿ ਜਿਹਦੀ ਕੋਈ ਹੱਦ ਨਹੀਂ, ਕੋਈ ਮੈਜ਼ਰਮੈਂਟ ਆਪਾਂ ਕਰ ਨਹੀਂ ਸਕਦੇ। ਕੋਈ ਉਹਦਾ ਮੈਜ਼ਰਿੰਗ ਸਕੇਲ ਨਹੀਂ ਹੈ, ਲੇਕਿਨ ਇਤਨਾ ਬਸ ਆਪਾਂ ਦੱਸ ਸਕਦੇ ਹਾਂ ਕਿ ਉਹ ਜਿਹੜੀ ਬਾਣੀ ਹੈ, ਪਰਾ ਬਾਣੀ, ਉਹ ਨਾਭੀ ਤੋਂ ਸਟਾਰਟ ਹੁੰਦੀ ਹੈ ਔਰ ਹਵਾ ਜਿਹੜੀ ਹੈ ਉਹ ਨਾਭੀ ਤੱਕ ਜਾਂਦੀ ਹੈ। ਪਵਨ ਗੁਰੂ, ਗੁਰੂ ਜਿਹੜਾ ਹੈ ਉੱਥੇ ਅੰਦਰ ਤੱਕ ਜਾ ਰਿਹਾ। ਇਹ ਜਿਹੜਾ ਕਨਸੈਪਟ ਹੈ ਬੜਾ ਜ਼ਰੂਰੀ ਹੈ। ਹੁਣ ਦੂਜੀ ਗੱਲ ਜਿਹੜੀ ਹੈ
ਕਈ ਵਾਰੀ ਅਸੀਂ ਸੁਣਦੇ ਆ ਅਨਾਹਤ ਸ਼ਬਦ। ਅਨਾਹਤ ਸ਼ਬਦ ਜਿਹੜਾ ਉਹ ਕੰਨਾਂ ਵਿੱਚ ਸੁਣਾਈ ਪੈਂਦਾ ਹੈ। ਉਹ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸੁਣਨ ਦੀ 4 ਪੌੜੀਆਂ ਜਪਜੀ ਸਾਹਿਬ ਵਿੱਚ ਲਿਖੀਆਂ ਨੇ। ਉਹ ਚਾਰਾਂ ਵਿੱਚ ਸੁਣਨ ਦੀ ਮਹੱਤਤਾ ਦੱਸੀ ਹੈ। ਸੁਣਨ ਦੀ ਮਹੱਤਤਾ ਬਹੁਤ ਜ਼ਿਆਦਾ ਹੈਗੀ। ਹਰ ਚੀਜ਼ ਆਪਾਂ ਵੇਖ ਨਹੀਂ ਸਕਦੇ, ਹਨੇਰੇ ਵਿੱਚ ਆਪਾਂ ਕੁਝ ਵੀ ਨਹੀਂ ਵੇਖ ਸਕਦੇ, ਲੇਕਿਨ ਹਨੇਰੇ ਵਿੱਚ ਵੀ ਸਾਊਂਡ ਸੁਣ ਸਕਦੇ ਆ। ਸਾਊਂਡ ਜਿਹੜਾ ਹੈ ਉਹ ਚਾਰੋਂ ਪਾਸੇ ਆਏਗਾ, 6 ਦਿਸ਼ਾ ਤੋਂ ਆਏਗਾ ਔਰ ਸਾਡੇ ਕੰਨਾਂ ਵਿੱਚ ਵੱਜ ਜਾਏਗਾ। ਉਹ ਜਿੰਨੀ ਦੇਰ ਅਸੀਂ ਜਾਗਰਿਤ ਅਵਸਥਾ ਵਿੱਚ ਹੈ, ਭਲੇ ਅਸੀਂ ਕਮਰੇ ਦੇ ਅੰਦਰ, ਕਮਰੇ ਦੇ ਇਨਸਾਈਡ ਅਸੀਂ ਵੇਖ ਸਕਦੇ ਹਾਂ, ਲੇਕਿਨ ਕਮਰੇ ਦੇ ਬਾਹਰ ਕੁਝ ਵੀ ਨਹੀਂ ਵੇਖ ਸਕਦੇ। ਲੇਕਿਨ ਸਾਊਂਡ ਯਦੀ ਆਏਗਾ ਕਮਰੇ ਤੋਂ ਬਾਹਰ ਤਾਂ ਅਸੀਂ ਸੁਣ ਸਕਦੇ ਹਾਂ। ਜੇ ਕੋਈ ਬੰਦਾ ਕਿਸੇ ਦੂਜੇ ਦੀ ਗੱਲ ਦੱਸਦਾ ਹੈ, ਸਾਡੇ ਕੰਨ ਬਹੁਤ ਜਲਦੀ ਖਲੋ ਜਾਂਦੇ ਨੇ। ਸਾਡੀ ਪੂਰੀ ਅਟੈਂਸ਼ਨ ਜਿਹੜੀ ਹੈ ਉਹਦੇ ਸੁਣਨ ਵਿੱਚ ਲੱਗ ਜਾਂਦੀ ਹੈ। ਉਹ ਜੇ ਬੁਰਾਈ ਕਰ ਰਿਹਾ ਤਾਂ ਜ਼ਿਆਦਾ ਹੀ ਕੁਝ ਮਜ਼ਾ ਆ ਜਾਂਦਾ। ਮਤਲਬ ਮੇਰਾ ਕਨਕਲੂਜਨ ਇਹ ਕਿ ਸੁਣਨ ਵਿੱਚ 6 ਪਾਸੇ ਜਿਹੜੀ ਹੈ ਉਹ ਸਾਊਂਡ ਆ ਸਕਦੀ, ਲੇਕਿਨ 6 ਪਾਸੇ ਬੰਦਾ ਵੇਖ ਨਹੀਂ ਸਕਦਾ। ਲੈਫਟ, ਰਾਈਟ, ਫਰੰਟ, ਬੈਕ, ਅਪ, ਡਾਊਨ, ਇਹ 6 ਡਾਇਰੈਕਸ਼ਨਸ ਹੈਗੀਆਂ ਨੇ। 6 ਵਿੱਚੋਂ ਕਿਧਰੋਂ ਵੀ ਸਾਊਂਡ ਆਏਗੀ ਆਪਾਂ ਸੁਣ ਸਕਦੇ ਹਾਂ, ਕਿਧਰੋਂ ਵੀ ਸਾਊਂਡ ਆਏਗੀ। ਲੇਕਿਨ ਆਪਾਂ ਵੇਖਣਾ ਹੋਏ ਤਾਂ ਸਿਰਫ ਫਰੰਟ ਸਾਈਡ 'ਤੇ ਹੀ ਵੇਖ ਸਕਦੇ ਹਾਂ। ਲੈਫਟ ਵੇਖਣਾ ਤਾਂ ਮੂੰਹ ਨੂੰ ਲੈਫਟ ਘੁਮਾਉਣਾ ਹੋਵੇਗਾ, ਰਾਈਟ ਵੇਖਣਾ ਤਾਂ ਮੂੰਹ ਨੂੰ ਉਸ ਪਾਸੇ ਕਰਨਾ ਹੋਵੇਗਾ। ਉਹ ਪਿੱਛੇ ਦਾ ਦੇਖ ਹੀ ਨਹੀਂ ਸਕਦੇ। ਜੇ ਸਾਡੇ ਸਾਹਮਣੇ ਵਾਲ ਹੈਗੀ, ਵਾਲ ਦਾ ਇਹ ਪਾਸਾ ਵਿਖੇਗਾ, ਪਿਛਲਾ ਪਾਸਾ ਵਿਖਣਾ ਹੀ ਨਹੀਂ ਹੈ। ਵਾਲ ਦੇ ਪਿੱਛੇ ਪਾਸੇ ਕੀ ਹੈ। ਲੇਕਿਨ ਜੇ ਪਿਛਲੇ ਪਾਸੇ ਵੀ ਸਾਊਂਡ ਹੋ ਰਿਹਾ ਔਰ ਇਸ ਪਾਸੇ ਵੀ ਸਾਊਂਡ ਹੋ ਰਿਹਾ, ਤੇ ਸਾਊਂਡ ਸਾਨੂੰ ਸੁਣਾਈ ਦੇਗਾ। ਇਸ ਕਰਕੇ ਸੁਣਨ ਦੀ ਮਹੱਤਤਾ ਬਹੁਤ ਹੈਗੀ, ਜ਼ਿਆਦਾ ਹੈਗੀ ਵੇਖਣ ਤੋਂ। ਵੇਖ ਆਪਾਂ ਇੱਕ ਦਿਸ਼ਾ ਵਿੱਚ ਸਕਦੇ ਹਾਂ ਬਿਨਾਂ ਅੱਖਾਂ ਨੂੰ ਰੋਟੇਟ ਕੀਤੇ, ਲੇਕਿਨ ਕੰਨ ਜਿਹੜੇ ਨੇ ਆਪਣੇ ਫਿਕਸ ਹੈਗੇ ਨੇ ਇੱਕ ਜਗ੍ਹਾ 'ਤੇ, ਔਰ ਉਹ 6 ਪਾਸਿਓਂ ਕਿਧਰੋਂ ਵੀ ਸਾਊਂਡ ਆਏਗੀ ਉਹ ਸੁਣਾਈ ਪਏਗੀ ਸਾਨੂੰ। ਇਸ ਕਰਕੇ ਸੁਣਾਈ ਵਿੱਚ ਜਿਹੜਾ ਹੈਗਾ ਇਹ ਕੰਨ ਤੋਂ ਪਰਮਾਤਮਾ ਨੇ ਐਂਟਰ ਹੋਣਾ ਹੈ। ਕੰਨ ਔਰ ਸਾਊਂਡ ਜਾਂਦਾ ਹੈ ਕੰਨ ਤੋਂ। ਪਰਮਾਤਮਾ ਵੀ ਇਸੇ ਕਰਕੇ ਗੁਰੂ ਸਾਹਿਬ ਨੇ ਦੱਸਿਆ ਕਿ ਉਹ ਸ਼ਬਦ ਦੇ ਰੂਪ ਵਿੱਚ। ਸਜਾਤੀ ਚੀਜ਼ਾਂ ਮਿਲਣਗੀ, ਸਿਮਿਲਰ ਥਿੰਗ ਵਿਲ ਮੈਚ, ਡਿਸਸਿਮਿਲਰ ਥਿੰਗ ਵਿਲ ਨਾਟ ਮੈਚ। ਇਹ ਹੁਣ ਪੱਕੀ ਗੱਲ ਹੋ ਗਈ, ਦ੍ਰਿੜ ਕਰਕੇ ਮੰਨ ਲਓ ਕਿ ਗੁਰੂ ਸਾਹਿਬ ਨੇ ਲਿਖਿਆ ਹੀ ਇਹ ਸ਼ਬਦ, ਔਰ ਸ਼ਬਦ ਦੇ ਰੂਪ ਵਿੱਚ ਇੱਥੋਂ ਅਨਾਹਤ ਸ਼ਬਦ ਸਾਡੇ ਕੰਨਾਂ ਵਿੱਚ ਸੁਣਾਈ ਦਿੰਦਾ, ਜਿਨ੍ਹਾਂ ਨੂੰ ਸੁਣਾਈ ਦਿੰਦਾ, ਔਰ ਕੰਨਾਂ ਤੋਂ ਹੀ ਐਂਟਰੀ ਹੁੰਦੀ ਉਸ ਦੀ। ਔਰ ਬੰਦਾ ਯਦੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਫਿਰ ਆਪਣੇ ਕੰਨਾਂ ਤੋਂ ਸੁਣਦਾ ਹੈ, ਫਿਰ ਉਹ ਚੀਜ਼ ਜਾਣੀ ਨਾਭੀ 'ਤੇ ਹੈਗੀ, ਕਿਉਂਕਿ ਨਾਭੀ ਵਿੱਚ ਪਰਾ ਬਾਣੀ, ਪਰਾ ਦਾ ਵਾਸਾ ਹੈਗਾ, ਔਰ ਬਾਣੀ ਰੂਪ ਹੈ ਪਰਮਾਤਮਾ। ਇਸ ਕਰਕੇ ਜਿਸ ਤਰ੍ਹਾਂ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਾਂ ਤਾਂ ਕੰਨਾਂ ਵਿੱਚ ਸੁਣਾਈ ਦਿੰਦਾ, ਔਰ ਉਹੀ ਸਾਊਂਡ ਜਦ ਆਪਾਂ ਸਾਊਂਡ ਕਰੰਟ ਬਣਾ ਦੇਵਾਂਗੇ ਉਸ ਨੂੰ, ਜਦ ਉਹ ਸਾਊਂਡ ਨੂੰ, ਸਾਊਂਡ ਕਰੰਟ ਮੀਨਸ ਕੰਟੀਨਿਊਸ ਫਲੋ, ਜਦ ਕੰਟੀਨਿਊਸ ਫਲੋ ਸ਼ੁਰੂ ਹੋ ਜਾਏਗਾ ਤੇ ਅੰਦਰ ਨਾਭੀ ਵਿੱਚ ਜਿਹੜਾ ਟਿਕਿਆ ਹੋਇਆ ਰੱਬ ਦਾ ਰੂਪ ਹੈਗਾ ਉਹ ਤੁਹਾਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ। ਸੋ ਨਾਭੀ ਜਿਹੜੀ ਹੈ ਉਸ ਨੂੰ ਵਿਕਸਿਤ ਕਰਨਾ, ਉਹਦੇ ਉੱਤੇ ਧਿਆਨ ਲਗਾਉਣਾ, ਧਿਆਨ ਨਾਲ ਕੰਨਾਂ ਤੋਂ ਸੁਣਨਾ। ਕੰਨ ਤੋਂ ਜਿਹੜੀ ਹੈ ਆਡੀਟਰੀ ਮੈਕੈਨਿਜ਼ਮ ਬਣਿਆ ਹੋਇਆ ਹੈ। ਆਡੀਟਰੀ ਮੈਕੈਨਿਜ਼ਮ ਇਸ ਤਰ੍ਹਾਂ ਦਾ ਹੈ, ਸੁਣਨ ਤੋਂ ਬਾਅਦ ਉਹ ਮਨ ਦੇ ਉੱਤੇ ਪ੍ਰਭਾਵ ਪਾਉਂਦਾ ਹੈਗਾ, ਔਰ ਮਨ ਤੋਂ ਫਿਰ ਜਿਹੜਾ ਹੈ ਚੁੱਪਚਾਪ ਸਿਗਨਲ ਜਿਹੜੇ ਨੇ ਉਹ ਜਾਣੇ ਧੁਨੀ ਤੱਕ ਹਨ ਜਾਂ ਨਾਭੀ ਤੱਕ।
ਨਾਭੀ ਜਿਹੜਾ ਸਾਡੇ ਸਰੀਰ ਦਾ ਸਭ ਤੋਂ ਤਗੜਾ ਸੈਂਟਰ ਹੈਗਾ। ਬੱਚਾ ਜਦ ਮਾਂ ਦੇ ਢਿੱਡ ਵਿੱਚ ਰਹਿੰਦਾ ਹੈ, ਉਹਦਾ ਕਨੈਕਸ਼ਨ ਸਿਰਫ ਧੁਨੀ ਤੋਂ ਰਹਿੰਦਾ ਹੈ, ਨਾਭੀ ਤੋਂ ਰਹਿੰਦਾ ਹੈ। ਹਰ ਚੀਜ਼ ਉਸ ਨੂੰ ਨਾਭੀ ਤੋਂ ਜਾਂਦੀ ਹੈ ਅੰਦਰ। ਉਹ ਸਭ ਤੋਂ ਪਹਿਲੇ ਨਾਭੀ ਤਿਆਰ ਹੁੰਦੀ ਹੈਗੀ। ਬੱਚਾ ਜਦ ਬਹੁਤ ਛੋਟਾ ਰਹਿੰਦਾ, ਨਾਭੀ ਸਭ ਤੋਂ ਪਹਿਲੇ ਤਿਆਰ ਹੁੰਦੀ। ਕਿਉਂ? ਵਾਹਿਗੁਰੂ ਅੰਦਰ ਉਸ ਨੂੰ ਲਿਜਾਣ ਦੀ ਚੀਜ਼ਾਂ ਬਣਾਏਗਾ, ਤਾਂ ਹੀ ਅਗਲੀ ਚੀਜ਼ ਡਿਵੈਲਪ ਹੋਏਗੀ। ਸੋ ਨਾਭੀ ਜਿਹੜੀ ਹੈ ਇੱਕ ਬੜੀ ਹੀ ਉੱਤਮ ਔਰ ਜ਼ਰੂਰੀ ਚੀਜ਼ ਹੈਗਾ। ਪਰਾ ਬਾਣੀ ਉੱਥੇ ਨਿਵਾਸ ਕਰਦੀ ਹੈ। ਉਹ ਪਰਮਾਤਮਾ ਜਿਹੜਾ ਹੈਗਾ ਬਾਣੀ ਦੇ ਰੂਪ ਵਿੱਚ ਹੈ। ਜਦ ਆਪਾਂ ਪਵਨ ਅੰਦਰ ਕਰਦੇ ਹਾਂ ਤੇ ਗੁਰੂ ਅੰਦਰ ਜਾਂਦਾ ਹੈ। ਗੁਰੂ ਯਦੀ ਨੱਕ ਤੋਂ ਜਾ ਰਿਹਾ ਹਵਾ ਦੇ ਰੂਪ ਵਿੱਚ, ਤਾਂ ਵੀ ਉਸਨੇ ਨਾਭੀ ਨੂੰ ਵਾਈਬ੍ਰੇਟ ਕਰਨਾ। ਨਾਭੀ 'ਤੇ 72,000 ਨਾੜੀਆਂ ਰਹਿੰਦੀਆਂ ਨੇ, ਜਿਹੜੀ ਪੂਰੇ ਸਰੀਰ ਵਿੱਚ ਫੈਲੀ ਰਹਿੰਦੀਆਂ ਨੇ। ਬ੍ਰੇਨ ਵਿੱਚ ਵੀ ਉਹੀ ਜਾਂਦੀ ਹੈਗੀ, ਨਾੜੀਆਂ ਹਰ ਜਗ੍ਹਾ ਫੈਲੀ ਹੋਈ ਹੈ। ਪੂਰਾ ਸਰੀਰ ਦਾ ਮੈਕੈਨਿਜ਼ਮ ਜਿਹੜਾ ਹੈਗਾ ਉਹ ਨਾਭੀ ਦੇ ਥੋੜ੍ਹਾ ਜਿਹਾ ਹੇਠਾਂ ਬਣਿਆ ਹੋਇਆ ਇੱਕ ਟੈਂਡਮ। ਉਹਦੇ ਥਰੂ ਜਿਹੜੀ ਹੈ ਵਾਈਬ੍ਰੇਸ਼ਨ ਹਰ ਨਾੜੀ ਵਿੱਚ ਵਾਈਬ੍ਰੇਟ ਹੋਣਾ ਸ਼ੁਰੂ ਹੋਏਗੀ, ਔਰ ਫਿਰ ਜਿਹੜੀ ਹੈ ਪੂਰੇ ਸਰੀਰ ਵਿੱਚ ਜਿਹੜਾ ਹੈ ਅੰਮ੍ਰਿਤ ਦੀ ਵਰਸ਼ਾ ਜਾਂ ਅੰਮ੍ਰਿਤ ਤੁਹਾਨੂੰ ਰਸ ਦੀ ਪ੍ਰਾਪਤ ਹੋਏਗੀ। ਹੁਣ ਜਿਹੜਾ ਹੈਗਾ ਨਾਭੀ ਦੀ ਇੰਪੋਰਟੈਂਸ ਨੂੰ ਸਮਝੋ। ਉਹ ਕੰਨ ਦੇ ਥਰੂ ਜਿਹੜੀ ਅਨਾਹਤ ਸ਼ਬਦ ਜਾ ਰਿਹਾ, ਉਸ ਵੀ ਅੰਦਰ ਨਾਭੀ ਤੱਕ ਹੀ ਜਾਣਾ ਹੈਗਾ। ਇਸ ਕਰਕੇ ਹਮੇਸ਼ਾ ਆਪਾਂ ਨੂੰ ਜਦ ਵੀ ਧਿਆਨ ਲਗਾਈਏ ਤੇ ਨਾਭੀ ਵਿੱਚ ਲਗਾਉਣਾ ਹੈ ਧਿਆਨ, ਤਾਂ ਕਿ ਸਾਡਾ ਜਿਹੜਾ ਕਮਲ ਅੰਦਰ ਨਾਭ ਕਮਲ ਹੈ ਉਹ ਵਿਕਸਿਤ ਹੋਏ, ਉਹ ਡਿਵੈਲਪ ਹੋਏ। ਜਿਸ ਤਰ੍ਹਾਂ ਸੂਰਜਮੁਖੀ ਦਾ ਫੁੱਲ ਰਹਿੰਦਾ ਹੈ, ਉਹ ਰਾਤ ਨੂੰ ਜਿਹੜਾ ਨਾ ਉਹਦੇ ਪੰਖੁੜੀਆਂ ਡਿੱਗ ਜਿਹੀ ਜਾਂਦੀਆਂ ਨੇ, ਲੇਕਿਨ ਜਿਸ ਤਰ੍ਹਾਂ ਹੀ ਸੂਰਜ ਸਵੇਰੇ ਚੜ੍ਹਦਾ ਹੈ ਉਹ ਆਪਣਾ ਪੂਰਾ ਖਿਲ ਉੱਠਦਾ ਹੈਗਾ। ਇਸੇ ਪ੍ਰਕਾਰ ਜਦ ਆਪਾਂ ਰੱਬ ਦਾ ਸਿਮਰਨ ਕਰਾਂਗੇ ਨਾਭੀ 'ਤੇ ਧਿਆਨ ਲਾ ਕੇ, ਜਦ ਆਪਾਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਾਂਗੇ ਔਰ ਨਾਭੀ 'ਤੇ ਧਿਆਨ ਲਗਾਵਾਂਗੇ, ਤਾਂ ਬਹੁਤ ਜਲਦੀ ਜਿਹੜੀ ਹੈਗੀ ਹਰ ਨਾੜੀ ਵਿੱਚ ਵਾਈਬ੍ਰੇਸ਼ਨ ਜਾਏਗਾ। ਹਰ ਨਾੜੀ ਵਿੱਚ ਵਿਕਾਸ ਜਿਹੜਾ ਹੈਗਾ ਉਹ ਹੋਣਾ ਸ਼ੁਰੂ ਹੋ ਜਾਏਗਾ, ਔਰ ਉਸ ਤੋਂ ਬਾਅਦ ਉਸ ਸਰੀਰ ਦੇ ਹਰ ਕੋਨੇ ਵਿੱਚ ਜਾਏਗੀ ਵਾਈਬ੍ਰੇਸ਼ਨਸ ਵਾਹਿਗੁਰੂ ਨਾਮ ਦੇ। ਔਰ ਜਿਹੜਾ ਸਾਡਾ ਸਿਮਰਨ ਹੈ ਉਹ ਰਾਈਟ ਤਰੀਕੇ ਨਾਲ ਹੋਏਗਾ। ਹੁਣ ਮੈਂ ਤੁਹਾਨੂੰ 2 ਮਿੰਟ ਵਿੱਚ ਇਹ ਵੀ ਦੱਸਾਂਗਾ ਕਿ ਆਪਾਂ ਨੂੰ ਧਿਆਨ ਨਾਭੀ 'ਤੇ ਲਾਉਣਾ ਹੈ। ਸਾਹ ਚੱਲ ਰਿਹਾ ਹੈ, ਅੰਦਰ ਜਾ ਰਿਹਾ, ਬਾਹਰ ਆ ਰਿਹਾ, ਇਹ ਨੋਟਿੰਗ ਜਿਹੜੀ ਹੈ ਆਟੋਮੈਟਿਕਲੀ ਹੋਏਗੀ। ਹੁਣ ਜਿਸ ਤਰ੍ਹਾਂ ਮੈਂ ਆਖ ਰਿਹਾ ਹੈ, ਇਹ ਇੱਕ ਕੀਰਤਨ ਕਿਰਿਆ ਹੈਗੀ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈ। ਉਸ ਨੂੰ ਜੇ ਆਪਾਂ ਸਮਝ ਲਈਏ ਤੇ ਫਿਰ ਬਹੁਤ ਵਧੀਆ ਰਹੇਗਾ। ਇਸ ਤਰ੍ਹਾਂ ਕਰਨਾ ਹੈ। 5 ਅੱਖਰ, 5 ਤੱਤਵ ਸੇ ਤਨ ਰਚਿਓ। 5 ਤੱਤਵਾਂ ਨਾਲ ਜਿਹੜਾ ਤਨ ਰਚਿਆ ਹੋਇਆ। ਜਾਨਹੁ ਚਤੁਰ ਸੁਜਾਨ, ਜਿਹਤੇ ਉਪਜਿਓ ਨਾਨਕਾ ਲੀਨ ਤਹੇ ਮੇ ਮਾਨ। 5 ਤੱਤਵਾਂ ਜਿਹੜਾ ਸਰੀਰ ਬਣਿਆ ਹੈ ਉਹ ਬਹੁਤ ਜ਼ਰੂਰੀ ਹੈ, ਉਸ ਨੂੰ ਸਮਝਣਾ। ਔਰ ਜਿਹੜੇ ਵਾਜੇ 5 ਸ਼ਬਦ, 5 ਜਿਹੜੇ ਸ਼ਬਦ ਨੇ ਉਹ ਵੱਜਦੇ ਨੇ, ਘਰ ਵਿੱਚ ਸੁਭਾਇਮਾਨ ਹੈਗੇ ਨੇ। ਹੁਣ ਇੱਥੇ ਆਪਾਂ 5 ਉਂਗਲੀਆਂ ਹੈਗੀਆਂ ਨੇ, 5 ਤੱਤਵ ਦਰਸਾਉਂਦੇ ਨੇ। ਉਹ 5 ਜਿਹੜੇ ਸ਼ਬਦ ਹਨ, ਸ ਤ ਨਾ ਮਾ। ਇੱਕ ਸਾ ਹੈ, ਇੱਕ ਤਾ ਹੈ, ਇੱਕ ਨਾ ਹੈ, ਇੱਕ ਮਾਂ ਹੈ, ਇੱਕ ਆ ਵੀ ਹੈ। ਸਾ ਤਾ ਨਾ ਮਾਂ ਆ ਵੀ ਹੈ। ਟੋਟਲ 5 ਹੋ ਗਏ। ਔਰ 5 ਜਿਹੜੀ ਆਪਣੀ ਇਹ ਤੱਤਵ ਹੈਗੇ ਨੇ। 5 ਸ਼ਬਦ ਹੋ ਗਏ, 5 ਤੱਤਵ ਹੋ ਗਏ। 5 ਉਂਗਲੀਆਂ ਹੋ ਗਈਆਂ ਨੇ ਆਪਣੇ ਹੱਥ ਦੀ। ਸ ਤਾ ਨਾ ਮਾ, ਸ ਤਾ
ਨਾਮਾ। ਇਹ ਜਿਹੜੀ ਐਡਜਸਟਮੈਂਟ ਹੈਗੀ ਇਹ ਆਟੋਮੈਟਿਕਲੀ ਹੋਈ ਹੋਈ ਹੈ। ਜਦ ਵੀ ਆਪਾਂ ਧਿਆਨ ਲਾਈਏ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਕਿ ਧਿਆਨ ਜਿਹੜਾ ਨਾਭੀ ਤੇ ਰਹੇ। ਨਾਭੀ ਤੇ ਧਿਆਨ ਲਗਾ ਕੇ ਇਹ ਜਾਪ ਜਪਣਾ ਹੈਗਾ ਸਤਨਾਮ ਸਤਨਾਮ ਸਤਨਾਮ। ਸਾਹ ਜਦ ਅੰਦਰ ਜਾਏ ਥੋੜੀ ਦੇਰ ਰੁਕਣਾ ਹੈ। ਜਦ ਪੂਰਾ ਆਪਾਂ ਸਤਨਾਮਾ ਬੋਲ ਲਈਏ ਫਿਰ ਥੋੜਾ ਜਿਹਾ ਪੌਜ਼ ਦੇਣਾ ਹੈਗਾ। जब फिर साह अंदर जाए फिर थोड़ा पॉज देना। जब साह पूरा बाहर जाए ता भी पॉज देना। ये दो पॉज बहुत इंपॉर्टेंट हैं। इससे टाइम ते जिहड़ी है सुरत गियर जिस तरह चेंज होंदा गड्डी दा, फ्रंट गियर बैक गियर विच विल न्यूट्रल, ये न्यूट्रल दा समय हैगा। पॉज देना उत्ते इस तरह ही मैं करके दिखाना तुहानूं समझ आ जाएगी। थोड़ी देर में पॉज देता, पहले साह अंदर कर लिया, इन पॉज देता, आउट पॉज देता, फिर इन आउट विचकार पॉज रहणगे दो, इन पॉज आउट पॉज। इस प्रकार आपां नूं जिहड़ा है ना गल्लां दा ध्यान रखना और स्लो करना है। सिमरन ज़्यादा फास्ट नहीं करना है। सिमरन स्लोली करना है, स्टडीली करना है, प्यार नाल करना है, भाव प्यार दा रखना। इतना करके आपां नूं सारियां गल्लां दा ध्यान रखते हुए इस क्रिया नूं करांगे तो बहुत छेती जिहड़ा परमात्मा दा मिलाप अवश्य हो जाएगा। वाहिगुरू जी का खालसा, वाहिगुरू जी की फतेह।